ਹੈਲੋ एवरीवन। ਅੱਜ ਆਪਾਂ ਡਿਸਕਸ ਕਰਾਂਗੇ ਜੀ ਕੁਝ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਕੁਐਸਚਨਸ ਜਿਹੜੇ ਕਿ ਇਨਵਾਇਰਨਮੈਂਟ ਦੇ ਹੋਣਗੇ ਸਾਰੇ ਦੇ ਸਾਰੇ ਕੁਐਸਚਨ। ਇਹਦੇ ਨਾਲ ਤੁਹਾਨੂੰ ਥੋੜਾ ਆਈਡੀਆ ਲੱਗ ਜਾਏਗਾ ਕਿ ਕਿਸ ਤਰ੍ਹਾਂ ਤੁਹਾਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਔਰ ਕਿਸ ਤਰੀਕੇ ਦੇ ਜਿਹੜੇ ਕੁਐਸਚਨ ਨੇ ਪੀਪੀਐਸਸੀ ਪੁੱਛਦਾ ਹੈ। ਤਾਂ ਚਲੋ ਜੀ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਆਪਣੇ ਪਾਸ ਹੈਗਾ ਜੀ, ਵਿਚ ਵਨ ਆਫ ਦ ਫੋਲੋਇੰਗ ਇਜ਼ ਦ ਬੈਸਟ ਡਿਸਕ੍ਰਿਪਸ਼ਨ ਆਫ ਈਕੋਸਿਸਟਮ। ਫਸਟ ਕੁਐਸਚਨ ਦੇ ਵਿੱਚ ਈਕੋਸਿਸਟਮ ਦੀ ਡੈਫੀਨੇਸ਼ਨ ਪੁੱਛੀ ਹੋਈ ਹੈ। ਠੀਕ ਹੈ, ਵਨ ਬਾਈ ਵਨ ਆਪਾਂ ਆਪਸ਼ਨ ਚੈੱਕ ਕਰਦੇ ਹਾਂ। ਫਸਟ ਹੈਗਾ ਅ ਕਮਿਊਨਿਟੀ ਆਫ ਆਰਗੇਨਿਜ਼ਮ ਇੰਟਰੈਕਟਿੰਗ ਵਿਦ ਵਨ ਅਨਦਰ। ਜਾਂ ਇੱਕ ਈਕੋਸਿਸਟਮ ਕੀ ਹੁੰਦਾ ਹੈ? ਫਸਟ ਸਟੇਟਮੈਂਟ ਕਹਿ ਰਹੀ ਹੈ ਕਿ ਇੱਕ ਆਰਗੇਨਿਜ਼ਮ ਦੀ ਕਮਿਊਨਿਟੀ ਹੁੰਦੀ ਹੈ ਜਿਹੜੀ ਕਿ ਇੱਕ ਦੂਸਰੇ ਦੇ ਨਾਲ ਇੰਟਰੈਕਟ ਕਰਦੀ ਹੈ। ਸੈਕਿੰਡ ਸਟੇਟਮੈਂਟ ਕੀ ਕਹਿ ਰਹੀ ਹੈ? ਅਰਥ ਦਾ ਉਹ ਪਾਰਟ ਵਿਚ ਇਜ਼ ਇਨਹੈਬਿਟੇਟਡ ਬਾਈ ਲਿਵਿੰਗ ਆਰਗੇਨਿਜ਼ਮ, ਜਾਂ ਅਰਥ ਦਾ ਉਹ ਪਾਰਟ ਜਿੱਥੇ ਲਿਵਿੰਗ ਆਰਗੇਨਿਜ਼ਮ ਹੈ ਜਿਹੜੇ ਰਹਿ ਰਹੇ ਨੇ। ਥਰਡ ਹੈ ਜੀ ਅ ਕਮਿਊਨਿਟੀ ਆਫ ਆਰਗੇਨਿਜ਼ਮ ਟੂਗੈਦਰ, ਇਕੱਠੇ ਰਹਿ ਰਹੇ ਨੇ ਵਿਦ ਇਨਵਾਇਰਮੈਂਟ ਇਨ ਵਿਚ ਦੇ ਲਿਵ, ਆਪਣੇ ਇਨਵਾਇਰਮੈਂਟ ਦੇ ਵਿੱਚ, ਠੀਕ ਹੈ, ਇਕੱਠੇ ਹੋ ਕੇ ਰਹਿ ਰਹੇ ਨੇ। ਫੋਰਥ ਸਟੇਟਮੈਂਟ ਹੈ ਦਾ ਫਲੋਰਾ ਐਂਡ ਫੌਨਾ ਆਫ ਦਾ ਜੋਗ੍ਰਾਫਿਕਲ ਏਰੀਆ। ਠੀਕ ਹੈ ਜੀ, ਤਾਂ ਡੀ ਆਪਸ਼ਨ ਕੀ ਕਹਿ ਰਿਹਾ ਜੀ? ਇੱਕ ਪਰਟੀਕੂਲਰ ਜਗ੍ਹਾ ਦਾ ਫਲੋਰਾ ਔਰ ਫੌਨਾ, ਫਲੋਰਾ ਮੀਨਸ ਪਲਾਂਟਸ, ਫੌਨਾ ਮੀਨਸ ਐਨੀਮਲਸ। ਠੀਕ ਹੈ, ਤਾਂ ਦੇਖੋ ਜੀ ਈਕੋਸਿਸਟਮ ਬੇਸਿਕਲੀ ਕੀ ਹੁੰਦਾ? ਈਕੋਸਿਸਟਮ ਹੁੰਦਾ ਹੈ ਕਿ ਜਿੱਥੇ ਡਿਫਰੈਂਟ ਆਰਗੇਨਿਜ਼ਮ ਨੇ ਇੱਕ ਪਰਟੀਕੂਲਰ ਇਨਵਾਇਰਮੈਂਟ ਦੇ ਵਿੱਚ ਰਹਿ ਰਹੇ ਨੇ, ਉਹ ਆਪਸ ਦੇ ਵਿੱਚ ਇੰਟਰੈਕਟ ਕਰ ਰਹੇ ਨੇ ਔਰ ਐਦਾਂ ਹੀ ਉਹ ਆਪਣੇ ਇਨਵਾਇਰਮੈਂਟ ਦੇ ਨਾਲ ਇੰਟਰੈਕਟ ਕਰ ਰਹੇ ਨੇ। ਤਾਂ ਬੇਸਿਕਲੀ ਈਕੋਸਿਸਟਮ ਨੂੰ ਆਪਾਂ, ਈਕੋਸਿਸਟਮ ਹੈ ਜਿਹੜਾ ਅਲੱਗ-ਅਲੱਗ ਟਾਈਪ ਦਾ ਹੁੰਦਾ ਹੈ। ਜਿੱਦਾਂ ਕਾਫੀ ਸਾਰੇ ਆਰਗੇਨਿਜ਼ਮ ਐਦਾਂ ਦੇ ਨੇ ਜਿਹੜੇ ਕਿ ਪਾਣੀ ਦੇ ਵਿੱਚ ਰਹਿ ਰਹੇ ਨੇ, ਕੁਝ ਐਦਾਂ ਦੀਆਂ ਸਪੀਸੀਜ਼ ਨੇ ਜਿਹੜੀਆਂ ਕਿ ਲੈਂਡ ਦੇ ਉੱਪਰ ਰਹਿ ਰਹੀਆਂ ਨੇ, ਲੈਂਡ ਦੇ ਉੱਪਰ ਕਈ ਪੋਲਰਸ ਦੇ ਉੱਪਰ ਰਹਿ ਰਹੇ ਨੇ, ਤੇ ਕਈ ਐਦਾਂ ਦੀਆਂ ਨੇ ਜਿਹੜੀਆਂ ਫੋਰੈਸਟ ਦੇ ਉੱਪਰ ਰਹਿ ਰਹੀਆਂ ਨੇ। ਠੀਕ ਹੈ ਜੀ, ਸੌਰੀ, ਜਿਹੜੀਆਂ ਡੈਜ਼ਰਟ ਦੇ ਵਿੱਚ ਰਹਿ ਰਹੀਆਂ ਨੇ। ਤਾਂ ਦੇਖੋ ਜੀ ਹਰ ਇੱਕ ਦਾ ਜਿਹੜਾ ਇਨਵਾਇਰਮੈਂਟ ਹੈ ਅਲੱਗ-ਅਲੱਗ ਹੈ, ਆਪਣੇ ਇਨਵਾਇਰਮੈਂਟ ਦੇ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਕੀ ਕਰ ਰਹੇ ਨੇ? ਉਹ ਇੰਟਰੈਕਟ ਕਰਦੇ ਨੇ ਆਪਸ ਦੇ ਵਿੱਚ ਵੀ। ਤਾਂ ਜਿਹੜੀ ਇਹਦੀ ਬੈਸਟ ਡੈਫੀਨੇਸ਼ਨ ਹੈ ਉਹ ਹੋਏਗੀ ਜੀ ਸੀ। ਠੀਕ ਹੈ ਜੀ, ਤਾਂ ਇਹ ਸੀਗਾ ਆਪਣਾ ਫਸਟ ਕੁਐਸਚਨ ਜਿਹਦੇ ਵਿੱਚ ਈਕੋਸਿਸਟਮ ਬਾਰੇ ਪੁੱਛਿਆ ਹੋਇਆ। ਤਾਂ ਇਨਵਾਇਰਮੈਂਟ ਦੇ ਵਿੱਚ ਜਿੰਨੀਆਂ ਇੰਪੋਰਟੈਂਟ ਬੇਸਿਕ ਡੈਫੀਨੇਸ਼ਨਸ ਨੇ ਉਹ ਸਾਰੀਆਂ ਤੁਹਾਨੂੰ ਪੜ੍ਹਨੀਆਂ ਪੈਣਗੀਆਂ, ਕਿਉਂਕਿ ਐਦਾਂ ਦੇ ਕੁਐਸਚਨ ਉਹ ਡਾਇਰੈਕਟ ਪੁੱਛ ਲੈਂਦੇ ਨੇ। ਠੀਕ ਹੈ ਜੀ, ਇੱਕ ਤੁਹਾਨੂੰ ਉਹ ਦੇ ਦੇਣਗੇ, ਇਹ ਕਾਫੀ ਆਪਸ਼ਨ ਨੇ, ਸਾਰੀਆਂ ਸਿਮਿਲਰ ਜਿਹੀਆਂ ਲੱਗਣਗੀਆਂ ਤੁਹਾਨੂੰ, ਤਾਂ ਉੱਥੇ ਕਨਫਿਊਜ਼ਨ ਹੈ ਜਿਹੜੀ ਕ੍ਰੀਏਟ ਹੋਏਗੀ। ਤਾਂ ਇਸੇ ਲਈ ਆਪਣੀਆਂ ਜੋ ਡੈਫੀਨੇਸ਼ਨਸ ਅਗਰ ਤੁਸੀਂ ਜਿੱਥੋਂ ਵੀ ਪੜ੍ਹ ਰਹੇ ਹੋ ਤਾਂ ਇੱਕ ਅੱਛੇ ਤਰੀਕੇ ਦੇ ਨਾਲ ਜਿਹੜੀਆਂ ਡੈਫੀਨੇਸ਼ਨਸ ਨੇ ਆਪਣੀਆਂ ਉਹਨਾਂ ਨੂੰ ਪੜ੍ਹੋ ਵਰਡ ਟੂ ਵਰਡ। ਚਲੋ ਜੀ ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਹੋਇਆ ਜੀ ਰੈੱਡ ਪਲਸ ਬਾਰੇ। ਦੇਖੋ ਰੈੱਡ ਪਲਸ ਕੀ ਹੈ? ਇਹਨਾਂ ਦਾ ਕੁਐਸਚਨ ਇਹ ਹੈ, ਵਨ ਬਾਈ ਵਨ ਆਪਾਂ ਆਪਸ਼ਨ ਦੇਖਦੇ ਹਾਂ। ਆ ਲਿਸਟ ਆਫ ਮੋਸਟ ਵਾਂਟਡ ਟੈਰਰਿਸਟ ਇਸ਼ੂਡ ਬਾਈ ਇੰਟਰਪੋਲ, ਕਿ ਇੰਟਰਪੋਲ ਦੇ ਦੁਆਰਾ ਇੱਕ ਟੈਰਰਿਸਟ ਦੀ ਜਾਰੀ ਕੀਤੀ ਹੋਈ ਇਹ ਲਿਸਟ ਹੈ ਜੀ। ਦੂਸਰਾ, ਆ ਗਲੋਬਲ ਐਨਜੀਓ ਵਰਕਿੰਗ ਫॉर द ਅਪਲਿਫਟਮੈਂਟ ਆਫ HIV ਪੋਜ਼ਿਟਿਵ ਵਰਕਰਸ, ਕਿ HIV ਪੋਜ਼ਿਟਿਵ ਵਰਕਰਸ ਦੇ ਰਿਲੇਟਿਡ ਇਹ ਕੋਈ ਲਿਸਟ ਹੈ। ਠੀਕ ਹੈ ਜੀ, ਔਰ ਥਰਡ ਹੈ ਜੀ ਅ ਗਲੋਬਲ ਮੈਕੈਨਿਜ਼ਮ ਟੂ ਟੈਕਲ ਡੀਫੋਰੈਸਟ੍ਰੇਸ਼ਨ ਐਂਡ ਡੀਗ੍ਰੇਡੇਸ਼ਨ ਆਫ ਫੋਰੈਸਟ, ਕੀ ਫੋਰੈਸਟ ਨੂੰ ਟੈਕਲ ਕਰਨ ਦੇ ਲਈ ਕੋਈ ਗਲੋਬਲ ਇਹ ਮੈਕੈਨਿਜ਼ਮ ਹੈ ਬਣਾਇਆ ਹੋਇਆ ਜੀ। ਜਾਂ ਫਿਰ ਅ ਲਿਸਟ ਆਫ ਐਂਡੇਂਜਰਡ ਸਪੀਸੀਜ਼ ਪ੍ਰੀਪੇਅਰਡ ਬਾਈ IUCN, ਕਿ IUCN ਦੇ ਦੁਆਰਾ ਜਿਹੜੀਆਂ ਐਂਡੇਂਜਰਡ ਸਪੀਸੀਜ਼ ਨੇ ਉਹਨਾਂ ਦੀ ਕੋਈ ਲਿਸਟ ਹੈ। ਤਾਂ ਦੇਖੋ ਜੀ ਰੈੱਡ ਪਲਸ ਕੀ ਹੈ, ਇਹਦੀ ਪਹਿਲਾਂ ਆਪਾਂ ਫੁੱਲ ਫਾਰਮ ਦੇਖਦੇ ਹਾਂ। ਦੇਖੋ ਆਰ ਦਾ ਮਤਲਬ ਹੈਗਾ ਜੀ ਇੱਥੇ ਰਿਡਿਊਸਡ, ਈ ਦਾ ਮਤਲਬ ਹੈਗਾ ਐਮਿਸ਼ਨ, ਡੀ ਦਾ ਮਤਲਬ ਹੈਗਾ ਜੀ ਡੀਫੋਰੈਸਟ੍ਰੇਸ਼ਨ, ਔਰ ਦੂਸਰਾ ਹੈਗਾ ਜੀ ਡੀਫੋਰੈਸਟ ਡੀਗ੍ਰੇਡੇਸ਼ਨ। ਤਾਂ ਰੈੱਡ ਪਲਸ ਕੀ ਕਰਦਾ ਹੈ ਜੀ? ਰੈੱਡ ਪਲਸ ਆਪਣੇ ਫੋਰੈਸਟ ਨੂੰ ਕੰਜ਼ਰਵ ਕਰਨ ਦੇ ਲਈ ਇੱਕ ਕੀ ਹੈ ਜੀ ਪ੍ਰੋਗਰਾਮ ਲਾਂਚ ਕੀਤਾ ਗਿਆ। ਇਹਦੇ ਵਿੱਚ ਪਲਸ ਦਾ ਮਤਲਬ ਕੀ ਹੈ? ਪਲਸ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਆਪਣੇ ਫੋਰੈਸਟ ਦੇ ਵਿੱਚ ਜੋ ਵੀ ਆਪਣਾ ਕਾਰਬਨ ਸਿੰਕ ਹੈ, ਠੀਕ ਹੈ, ਜੋ ਕਾਰਬਨ ਆਪਣਾ ਸਟੋਰ ਹੋਇਆ ਫੋਰੈਸਟ ਦੇ ਵਿੱਚ, ਉਹਨੂੰ ਵੀ ਆਪਾਂ ਨੂੰ ਪ੍ਰੀਜ਼ਰਵ ਕਰਨ ਦੀ ਜ਼ਰੂਰਤ ਹੈ। ਔਰ ਉਸ ਕਾਰਬਨ ਨੂੰ ਆਪਾਂ ਨੂੰ ਹੋਰ, ਉਸ ਸਿੰਕ ਨੂੰ ਆਪਾਂ ਨੂੰ ਹੋਰ ਵੀ ਜ਼ਿਆਦਾ ਇਨਹੈਂਸ ਕਰਨ ਦੀ ਜ਼ਰੂਰਤ ਹੈ। ਇਹ ਕੀ ਹੈ ਜੀ ਮੇਜਰ ਪਰਪਸ ਹੈ ਆਪਣੇ ਪਾਸ ਰੈੱਡ ਪਲਸ ਪ੍ਰੋਗਰਾਮ ਦਾ। ਤਾਂ ਇਹਦਾ ਜਿਹੜਾ ਆਂਸਰ ਆ ਜਾਏਗਾ ਜੀ ਆਪਣੇ ਪਾਸ ਥਰਡ ਆਪਸ਼ਨ ਆ ਜਾਏਗੀ। ਠੀਕ ਹੈ ਜੀ, ਤਾਂ ਰੈੱਡ ਪਲਸ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਹੁਣ ਆਪਾਂ ਨੈਕਸਟ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਦੇ ਵਿੱਚ ਜੀ ਪੁੱਛਿਆ ਹੋਇਆ ਜੀ, ਸਟੇਟਮੈਂਟਸ ਪੁੱਛੀਆਂ ਹੋਈਆਂ ਨੇ ਕਿ ਸਾਈਟਸ ਬਾਰੇ, ਕਿ ਸਾਈਟਸ ਕੀ ਹੈ, ਔਰ ਸਾਈਟਸ ਦੇ ਬਾਰੇ ਦੋ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਉਹਨਾਂ ਦੇ ਵਿੱਚੋਂ ਆਪਾਂ ਨੇ ਦੱਸਣਾ ਕਿ ਕਿਹੜੀ ਵਾਲੀ ਜਿਹੜੀ ਸਟੇਟਮੈਂਟ ਹੈ ਉਹ ਕਰੈਕਟ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਸਾਈਟਸ ਦੀ ਫੁੱਲ ਫਾਰਮ ਬਾਰੇ ਪਤਾ ਹੋਣੀ ਚਾਹੀਦੀ ਹੈ ਕਿ ਕੀ ਹੁੰਦੀ ਹੈ। ਦੇਖੋ ਜੀ ਸਾਈਟਸ ਤੋਂ ਸੀ ਹੈਗਾ ਜੀ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਔਨ ਐਂਡੇਂਜਰਡ ਸਪੀਸੀਜ਼। ਠੀਕ ਹੈ, ਜਿਹੜੀਆਂ ਆਪਣੀਆਂ ਐਂਡੇਂਜਰਡ ਸਪੀਸੀਜ਼ ਨੇ, ਐਂਡੇਂਜਰਡ ਸਪੀਸੀਜ਼ ਉਹ ਕਿਹੜੀਆਂ ਸਪੀਸੀਜ਼ ਹੁੰਦੀਆਂ ਨੇ? ਜਿਹੜੀਆਂ ਕਿ ਖਤਮ ਹੋਣ ਦੀ ਕਗਾਰ ਤੇ ਆ ਰਹੀਆਂ ਨੇ। ਤਾਂ IUCN ਨੇ ਕੀ ਕੀਤਾ ਹੋਇਆ ਜੀ, ਇੱਕ ਅਲੱਗ ਤੋਂ ਬੁੱਕ ਬਣਾਈ ਹੋਈ ਹੈ, ਰੈੱਡ ਡਾਟਾ ਬੁੱਕ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਉਹਨਾਂ ਨੇ ਸਪੀਸੀਜ਼ ਨੂੰ ਰੱਖਿਆ ਹੋਇਆ। ਠੀਕ ਹੈ, ਉਹ ਚੀਜ਼ ਆਪਾਂ ਅੱਗੇ ਦੇਖਾਂਗੇ। ਤਾਂ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਔਨ ਐਂਡੇਂਜਰਡ ਸਪੀਸੀਜ਼। ਤਾਂ ਸਾਈਟਸ ਦੇਖੋ ਫਸਟ ਆਫ ਆਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜੋ ਸਾਈਟਸ ਹੈ ਉਹ ਕਦੋਂ ਬਣਿਆ ਜੀ? 1973 ਦੇ ਵਿੱਚ ਬਣਿਆ ਸੀਗਾ। ਔਰ
ਇਹਦਾ ਬੇਸਿਕਲੀ ਕੰਮ ਕੀ ਸੀਗਾ ਕਿ ਜੋ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਟ੍ਰੇਡ ਹੋ ਰਿਹਾ ਹੈ ਕਿੰਨਾ ਦਾ ਐਂਡੇਂਜਰਡ ਸਪੀਸੀਜ਼ ਦਾ, ਉਹਦੇ ਨਾਲ ਉਹਨਾਂ ਸਪੀਸੀਜ਼ ਦੇ ਐਕਸਟਿੰਕਟ ਹੋਣ ਦਾ ਖਤਰਾ ਤਾਂ ਨਹੀਂ। ਮੀਨਸ ਅਗਰ ਦੇਖਿਆ ਜਾਵੇ ਆਪਾਂ ਅਦਰ ਵਰਡਸ ਦੇ ਵਿੱਚ ਇਹਨੂੰ ਐਦਾਂ ਸਮਝ ਸਕਦੇ ਹਾਂ ਕਿ ਜੋ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਟ੍ਰੇਡ ਹੋ ਰਿਹਾ ਹੈ ਐਂਡੇਂਜਰਡ ਸਪੀਸੀਜ਼ ਦਾ, ਉਹਦੇ ਉੱਪਰ ਐਜ਼ ਅ ਵਾਚ ਡੌਗ ਦਾ ਕੰਮ ਕਰ ਰਿਹਾ, ਠੀਕ ਹੈ ਜੀ। ਆਪਣੀ ਮਤਲਬ ਦੇਖ ਰੇਖ ਰੱਖ ਰਿਹਾ ਹੈ ਜੀ ਕਿ ਉਹਨਾਂ ਜਿਹੜੀਆਂ ਸਪੀਸੀਜ਼ ਦਾ ਕੋਈ ਨੁਕਸਾਨ ਨਾ ਹੋਵੇ, ਟ੍ਰੇਡ ਵੀ ਹੋਵੇ, ਲੀਗਲ ਪ੍ਰੋਵੀਜ਼ਨ ਦੇ ਅਕੋਰਡਿੰਗ ਟ੍ਰੇਡ ਹੋਣਾ ਚਾਹੀਦਾ, ਇਲੀਗਲ ਵੇ ਦੇ ਨਾਲ ਟ੍ਰੇਡ ਨਹੀਂ ਹੋਣਾ ਚਾਹੀਦਾ। ਇਹ ਮੇਨ ਕੀ ਹੈ ਜੀ, ਏਮ ਹੈ ਸਾਈਟਸ ਦਾ, ਠੀਕ ਹੈ ਜੀ। ਤਾਂ ਫਸਟ ਸਟੇਟਮੈਂਟ ਕੀ ਕਹਿ ਰਹੀ ਹੈ ਜੀ ਆਪਣੇ ਪਾਸ, ਫਸਟ ਸਟੇਟਮੈਂਟ ਕਹਿ ਰਹੀ ਹੈ ਇਟ ਕੰਟੇਨਸ ਪ੍ਰੋਵੀਜ਼ਨ ਟੂ ਪ੍ਰੋਟੈਕਟ ਦਾ ਵਾਈਲਡ ਲਾਈਫ ਸਪੀਸੀਜ਼ ਫਰੋਮ ਇਲੀਗਲ ਟ੍ਰੇਡ, ਹੈਬਿਟੇਟ ਡਿਸਟਰਕਸ਼ਨ ਐਂਡ ਕਲਾਈਮੇਟ ਚੇਂਜ। ਤਾਂ ਫਸਟ ਸਟੇਟਮੈਂਟ ਜੀ ਬਿਲਕੁਲ ਸਹੀ ਹੈ। ਆਪਾਂ ਨੇ ਜੋ ਡੈਫੀਨੇਸ਼ਨ ਇਹਦੇ ਬਾਰੇ ਪੜ੍ਹੀ ਸੀਗੀ ਕਿ ਜੋ ਇਹਦਾ ਏਮ ਹੈ ਪਰਟੀਕੂਲਰ ਇੱਥੇ ਸੂਟ ਕਰ ਰਹੀ ਹੈ। ਔਰ ਸੈਕਿੰਡ ਸਟੇਟਮੈਂਟ ਕੀ ਕਹਿ ਰਹੀ ਹੈ ਜੀ, ਇਟ ਰਿਲੀਜ਼ ਰੈੱਡ ਲਿਸਟ ਆਫ ਐਂਡੇਂਜਰਡ ਸਪੀਸੀਜ਼ ਵਿਦ ਦਾ ਹੈਲਪ ਆਫ IUCN। ਦੇਖੋ ਜੀ ਰੈੱਡ ਲਿਸਟ ਕੀ ਹੈ, ਜਿਹੜੀ ਰੈੱਡ ਲਿਸਟ ਹੈ ਪਹਿਲੀ ਫਸਟ ਆਫ ਆਲ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਰੈੱਡ ਲਿਸਟ ਸਿਰਫ IUCN ਹੈ ਜਿਹੜਾ ਜਾਰੀ ਕਰਦਾ ਹੈ, ਉਹਦੇ ਵਿੱਚ ਸਾਈਟਸ ਦਾ ਕੋਈ ਵੀ ਰੋਲ ਨਹੀਂ ਹੁੰਦਾ, ਠੀਕ ਹੈ। ਤਾਂ ਜਿਹੜੀ ਸੈਕਿੰਡ ਸਟੇਟਮੈਂਟ ਹੈ ਆਪਣੇ ਪਾਸ ਉਹ ਕੀ ਹੋ ਜਾਏਗੀ, ਆਪਣੀ ਗਲਤ ਹੋ ਜਾਏਗੀ। ਜੋ ਇਹਦਾ ਆਂਸਰ ਹੋਏਗਾ ਉਹ ਓਨਲੀ 1 ਹੋਏਗਾ। ਤਾਂ ਹੁਣ ਆਪਾਂ ਰੈੱਡ ਲਿਸਟ ਦੀ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ। ਇੱਕ ਆਪਣੇ ਪਾਸ ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਇਨਵਾਇਰਮੈਂਟ ਦੇ ਵਿੱਚ ਜਿਹਦਾ ਨਾਮ ਹੈ IUCN, ਜੋ ਤੁਹਾਨੂੰ ਸਾਹਮਣੇ ਇੱਥੇ ਡਿਸਪਲੇ ਹੋ ਰਿਹਾ, ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਨੇਚਰ, ਠੀਕ ਹੈ ਜੀ, ਕੰਜ਼ਰਵੇਸ਼ਨ ਆਫ ਨੇਚਰ। ਤਾਂ ਇਹਦਾ ਬੇਸਿਕਲੀ ਇਹ ਕੀ ਕਰ ਰਿਹਾ ਜੀ, ਇਹਨੇ ਓਵਰਆਲ ਨੇਚਰ ਨੂੰ ਕੰਜ਼ਰਵ ਕਰਨ ਦਾ ਕੰਮ ਹੈ ਜੀ, ਇਹਨੇ ਕਰਨਾ ਹੈ। ਔਰ ਬੇਸਿਕਲੀ ਇਸ ਤੋਂ ਬਿਨਾਂ ਇਹਨੇ ਇੱਕ ਰੈੱਡ ਬੁੱਕ ਹੈ ਜਿਹੜੀ ਜਾਰੀ ਕੀਤੀ ਹੋਈ ਹੈ, ਜਿਹਦੇ ਵਿੱਚ ਇਹਨੇ ਜਿਹੜੀਆਂ ਆਪਣੀਆਂ ਸਪੀਸੀਜ਼ ਨੇ ਜੋ ਖਤਮ ਹੋਣ ਦੀ ਕਗਾਰ 'ਤੇ ਨੇ, ਕੁਝ ਬਹੁਤ ਜ਼ਿਆਦਾ ਖਤਮ ਹੋਣ ਦੀ ਕਗਾਰ 'ਤੇ ਨੇ, ਕੁਝ ਫਿਰ ਵੀ ਜਿਨ੍ਹਾਂ ਦੀ ਗਿਣਤੀ ਹਜੇ ਹੈਗੀ ਐਗਜ਼ਿਸਟ ਕਰ ਰਹੀਆਂ ਨੇ, ਤਾਂ ਉਸ ਅਕੋਰਡਿੰਗ ਇਹਨਾਂ ਨੇ ਇੱਕ ਬੁੱਕ ਬਣਾ ਕੇ ਉਹਦੇ ਵਿੱਚ ਡਿਫਰੈਂਟ ਕੈਟੇਗਰੀਜ਼ ਬਣਾਤੀਆਂ, ਜਿਹਦੇ ਵਿੱਚ ਹਰ ਸਪੀਸੀ ਨੂੰ ਰੱਖਿਆ ਗਿਆ ਉਸਦੀ ਪੋਪੂਲੇਸ਼ਨ ਦੇ ਅਕੋਰਡਿੰਗ। ਅਗਰ ਤਾਂ ਉਹਦੀ ਪੋਪੂਲੇਸ਼ਨ ਬਹੁਤ ਹੈ, ਕੋਈ ਖਤਮ ਹੋਣ ਦਾ ਕੋਈ ਚਾਂਸ ਨਹੀਂ ਹੈਗਾ ਇੰਨਾ ਜਲਦੀ, ਤਾਂ ਉਹਨੂੰ ਅਲੱਗ ਕੈਟੇਗਰੀ ਦੇ ਵਿੱਚ ਰੱਖਿਆ ਹੋਇਆ। ਔਰ ਜਿਹੜੀਆਂ ਬਹੁਤ ਹੀ ਉਸ ਬਾਰਡਰ ਲਾਈਨ 'ਤੇ ਨੇ ਕਿ ਉਹ ਜਲਦੀ ਹੀ ਖਤਮ ਹੋ ਜਾਣਗੀਆਂ, ਉਹਨਾਂ ਨੂੰ ਅਲੱਗ ਕੈਟੇਗਰੀ ਦੇ ਵਿੱਚ ਰੱਖਿਆ ਹੈ। ਤਾਂ ਇੱਦਾਂ ਦੀਆਂ ਟੋਟਲ 9 ਕੈਟੇਗਰੀ ਨੇ ਜੀ IUCN ਦੀ ਰੈੱਡ ਜਿਹੜੀ ਬੁੱਕ ਦੇ ਵਿੱਚ ਬਣਾਈ ਮਤਲਬ 9 ਕੈਟੇਗਰੀਜ਼ ਨੇ, ਠੀਕ ਹੈ ਜੀ। IUCN ਦੀ ਰੈੱਡ ਬੁੱਕ ਦੇ ਵਿੱਚ ਜਿਹੜੀ ਆਪਾਂ ਨੇ ਸਪੀਸੀਜ਼ ਦੀ ਕੈਟੇਗਰੀ ਦੀ ਗੱਲ ਕੀਤੀ ਹੈ, ਉਹਦੀਆਂ ਟੋਟਲ 9 ਨੇ ਕੈਟੇਗਰੀਜ਼, ਠੀਕ ਹੈ। ਤਾਂ ਇਹਦੇ ਵਿੱਚ ਆਪਣੀ ਬਸ ਫਸਟ ਸਟੇਟਮੈਂਟ ਆਪਣੀ ਕਰੈਕਟ ਹੋ ਜਾਏਗੀ, ਕਿਉਂਕਿ ਜਿਹੜੀ ਰੈੱਡ ਲਿਸਟ ਹੈ ਜਾਂ ਰੈੱਡ ਡਾਟਾ ਬੁੱਕ ਹੈ ਉਹ ਕੌਣ ਲਾਂਚ ਕਰਦਾ ਜੀ, ਉਹ ਆਪਣੇ ਪਾਸ IUCN ਲਾਂਚ ਕਰਦਾ, ਠੀਕ ਹੈ ਜੀ। ਤਾਂ ਆਪਾਂ ਨੈਕਸਟ ਕੁਐਸਚਨ ਤੇ, ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ। ਤਾਂ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਹੁਣ ਆਪਣੇ ਤੇ। ਨੈਕਸਟ ਕੁਐਸਚਨ ਹੈਗਾ ਜੀ ਰਾਮਸਰ ਕਨਵੈਨਸ਼ਨ ਦੇ ਉੱਪਰ, ਠੀਕ ਹੈ ਜੀ। ਤਾਂ ਰਾਮਸਰ ਕਨਵੈਨਸ਼ਨ ਕੀ ਹੈ ਜੀ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ 1 ਬਾਈ 1 ਸਟੇਟਮੈਂਟ ਪੜ੍ਹਦੇ ਹਾਂ। ਇੰਡੀਆ ਵਿਕੇਮ ਦਾ ਪਾਰਟੀ ਟੂ ਦਾ ਰਾਮਸਰ ਕਨਵੈਨਸ਼ਨ ਇਨ 1981. It designate Chilka Lake and Keolado National Park as the first two Ramsar site in India, ठीक है, in India कर लियो जी उरे। तो देखो ਕੀ ਹੈ ਜੀ, ਪਹਿਲੀ ਗੱਲ ਤਾਂ ਆਪਾਂ ਨੂੰ ਰਾਮਸਰ ਕਨਵੈਨਸ਼ਨ ਬਾਰੇ ਪਤਾ ਹੋਣਾ ਚਾਹੀਦਾ ਕਿ ਰਾਮਸਰ ਕਨਵੈਨਸ਼ਨ ਹੈ ਕੀ ਸੀ। ਦੇਖੋ ਰਾਮਸਰ ਕਨਵੈਨਸ਼ਨ ਹੈ ਜਿਹੜੀ 1971 ਦੇ ਵਿੱਚ ਕੀ ਹੋਈ ਸੀ ਜੀ, ਸਾਈਨ ਹੋਈ ਸੀਗੀ ਈਰਾਨ ਦੇ ਰਾਮਸਰ ਸਿਟੀ ਦੇ ਵਿੱਚ, ਇਸ ਲਈ ਇਹਦਾ ਨਾਮ ਸੀਗਾ ਜਿਹੜਾ ਰਾਮਸਰ ਕਨਵੈਨਸ਼ਨ ਬਣ ਗਿਆ ਸੀਗਾ, ਪੈ ਗਿਆ ਸੀਗਾ। ਔਰ ਇਹ ਜਿਹੜੀ ਕਨਵੈਨਸ਼ਨ ਹੈ ਕਾਹਦੇ ਨਾਲ ਰਿਲੇਟਡ ਹੈ, ਪ੍ਰੀਜ਼ਰਵੇਸ਼ਨ ਆਫ ਵੈਟਲੈਂਡਸ, ਜਿੰਨੀਆਂ ਵੀ ਆਲ ਓਵਰ ਗਲੋਬ ਦੇ ਉੱਪਰ ਵੈਟਲੈਂਡਸ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਨ ਦਾ ਜਿਹੜਾ ਕੰਮ ਹੈ ਉਹ ਕੌਣ ਕਰਦਾ ਹੈ ਜੀ, ਆਪਣੀ ਰਾਮਸਰ ਕਨਵੈਨਸ਼ਨ ਦੇ ਵਿੱਚ ਮਤਲਬ ਡੀਲ ਹੋਈ ਸੀਗੀ ਕਿ ਉਹਨਾਂ ਨੂੰ ਪ੍ਰੀਜ਼ਰਵ ਕਰਨਾ ਹੈ ਜਿਹੜੀਆਂ ਕਿ ਖਤਮ ਹੋ ਰਹੀਆਂ ਨੇ, ਠੀਕ ਹੈ ਜੀ। ਤਾਂ ਕਿਉਂਕਿ ਆਪਣੀਆਂ ਵੈਟਲੈਂਡਸ ਆਪਣੇ ਈਕੋਸਿਸਟਮ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ, ਤਾਂ ਇਹ ਆਪਣੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਤਾਂ ਇੰਡੀਆ ਵੀ ਇਹਦਾ ਮੈਂਬਰ ਹੈ ਜੀ। ਇੰਡੀਆ ਨੇ 1981 ਦੇ ਵਿੱਚ ਕੀ ਹੈ ਜੀ, ਇਹਨੂੰ ਰਾਮਸਰ ਕਨਵੈਨਸ਼ਨ ਨੂੰ ਕੀ ਕੀਤਾ ਸੀਗਾ, ਜੁਆਇਨ ਕੀਤਾ ਸੀਗਾ। ਤਾਂ ਫਸਟ ਸਟੇਟਮੈਂਟ ਬਿਲਕੁਲ ਸਹੀ ਹੈ। ਔਰ ਉਸ ਤੋਂ ਬਿਨਾਂ ਦੇਖੋ ਹਰ ਮਤਲਬ ਕੰਟਰੀ ਦੀਆਂ ਕੁਛ ਨਾ ਕੋਈ ਵੈਟਲੈਂਡਸ ਨੇ ਜਿਹੜੀਆਂ ਕਿ ਰਾਮਸਰ ਕਨਵੈਨਸ਼ਨ ਦੇ ਅੰਡਰ ਆਉਂਦੀਆਂ ਨੇ। ਤਾਂ ਜਿਹੜੀਆਂ ਇੰਡੀਆ ਦੀਆਂ ਫਸਟ 2 ਰਾਮਸਰ ਸਾਈਟਸ ਕਿਹੜੀਆਂ ਸੀਗੀਆਂ ਜੀ, ਉਹਦੇ ਬਾਰੇ ਗੱਲ ਕੀਤੀ ਹੋਈ ਹੈ। ਤਾਂ ਦੇਖੋ ਚਿਲਕਾ ਲੇਕ ਓਡੀਸ਼ਾ ਔਰ ਕਿਊਲਾਡੋ ਨੈਸ਼ਨਲ ਪਾਰਕ, ਬਿਲਕੁਲ ਸਹੀ ਹੈ ਜੀ। ਇੰਡੀਆ ਦੀਆਂ ਜਿਹੜੀਆਂ ਪਹਿਲੀਆਂ 2 ਰਾਮਸਰ ਸਾਈਟਸ ਸੀਗੀਆਂ ਉਹ ਕਿਹੜੀਆਂ ਸੀ, ਚਿਲਕਾ ਲੇਕ ਓਡੀਸ਼ਾ ਦੇ ਵਿੱਚ ਔਰ ਕਿਊਲਾਡੋ ਨੈਸ਼ਨਲ ਪਾਰਕ ਰਾਜਸਥਾਨ। ਫਸਟ 2 ਰਾਮਸਰ ਸਾਈਟਸ ਸੀਗੀਆਂ ਇੰਡੀਆ ਦੀਆਂ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਂਸਰ ਆ ਜਾਏਗਾ ਜੀ ਆਪਣੇ ਪਾਸ ਕੀ ਆ ਜਾਏਗਾ, C ਆ ਜਾਏਗਾ। ਤਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਆਪਾਂ। ਨੈਕਸਟ ਕੁਐਸਚਨ ਵੀ ਰਾਮਸਰ ਕਨਵੈਨਸ਼ਨ ਦੇ ਉੱਪਰ ਹੀ ਹੈ ਜੀ, ਠੀਕ ਹੈ ਜੀ। ਆਪਾਂ ਨੇ ਇਹ ਦੱਸਣੀਆਂ ਨੇ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ। ਤਾਂ ਦੇਖੋ ਜੀ ਇਟ ਇਜ਼ ਐਨ ਇੰਟਰਨੈਸ਼ਨਲ ਟ੍ਰੀਟੀ ਫॉर ਕੰਜ਼ਰਵੇਸ਼ਨ ਐਂਡ ਸਸਟੇਨੇਬਲ ਯੂਜ਼ ਆਫ ਵੈਟਲੈਂਡ। ਸਿੰਪਲ ਜੀ ਗੱਲ ਆਪਾਂ ਨੇ ਪਹਿਲਾਂ ਹੀ ਵੀ ਡਿਸਕਸ ਕਰ ਲਿਆ, ਠੀਕ ਹੈ ਜੀ, ਕਿ ਜਿਹੜੀ ਆਪਣੇ ਪਾਸੇ ਜਿਹੜੀ ਰਾਮਸਰ ਕਨਵੈਨਸ਼ਨ ਹੈ ਉਹ ਕਾਹਦੇ ਨਾਲ ਰਿਲੇਟਡ ਹੈ, ਉਹ ਕੰਜ਼ਰਵ ਕਰਨਾ ਵੈਟਲੈਂਡਸ ਨੂੰ। ਨੈਕਸਟ ਸਟੇਟਮੈਂਟ ਕੀ ਕਹਿ ਰਹੀ ਹੈ ਜੀ, ਇਟ ਇਜ਼
ਦਿਸ ਟ੍ਰੀਟੀ ਇਜ਼ ਲੀਗਲੀ ਬਾਈਂਡਿੰਗ ਟ੍ਰੀਟੀ। ਕੀ ਇਹ ਟ੍ਰੀਟੀ ਲੀਗਲੀ ਬਾਈਂਡਿੰਗ ਹੈ? ਤਾਂ ਦੇਖੋ ਜੀ, ਫਸਟ ਸਟੇਟਮੈਂਟ ਤਾਂ ਬਿਲਕੁਲ ਸਹੀ ਹੈ ਜੀ, ਇਹਦੇ ਵਿੱਚ ਤਾਂ ਕੋਈ ਡਾਊਟ ਹੋਣਾ ਹੀ ਨਹੀਂ ਚਾਹੀਦਾ। ਤੇ ਸੈਕਿੰਡ ਸਟੇਟਮੈਂਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਨਹੀਂ ਜੀ, ਰਾਮਸਰ ਲੀਗਲੀ ਬਾਈਂਡਿੰਗ ਨਹੀਂ ਹੈਗੀ। ਹੁਣ ਦੇਖੋ, ਲੀਗਲੀ ਬਾਈਂਡਿੰਗ ਦਾ ਮਤਲਬ ਕੀ ਹੈ ਕਿ ਇੱਕ ਟ੍ਰੀਟੀ ਦੇ ਵਿੱਚ, ਇੱਕ ਕਨਵੈਨਸ਼ਨ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਪ੍ਰੋਵੀਜ਼ਨਸ ਸਾਈਨ ਹੋਈਆਂ ਨੇ, ਉਹ ਸਾਰੀਆਂ ਜਿਹੜੀ ਵੀ ਦੇਸ਼ ਉਸਨੂੰ ਸਾਈਨ ਕਰੇਗਾ, ਉਸਨੂੰ ਸਾਰੀਆਂ ਉਹ ਮੰਨਣੀਆਂ ਹੀ ਪੈਣਗੀਆਂ, ਠੀਕ ਹੈ। ਤਾਂ ਇਸ ਲਈ ਇਹ ਲੀਗਲੀ ਬਾਈਂਡਿੰਗ ਨਹੀਂ ਹੈਗੀ, ਠੀਕ ਹੈ ਜੀ। ਇਹਦੀਆਂ ਵੀ ਕੁਛ ਇੱਦਾਂ ਹੁੰਦਾ ਹੈ ਕਿ ਕਈ ਕੰਟਰੀ ਡੈਵਲਪਡ ਹੁੰਦੀਆਂ ਨੇ, ਕਈ ਡੈਵਲਪਿੰਗ ਹੁੰਦੀਆਂ ਨੇ। ਅਗਰ ਸਾਰੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ ਫੋਲੋ ਕਰਨੀਆਂ ਹੀ ਪੈਣਗੀਆਂ, ਤਾਂ ਉਹਦੇ ਨਾਲ ਕੀ ਹੋਏਗਾ ਜੀ, ਕੁਝ ਕੰਟਰੀ ਇੱਦਾਂ ਦੀਆਂ ਹੋਣਗੀਆਂ ਜਿਹੜੀਆਂ ਨਹੀਂ ਫੋਲੋ ਕਰ ਪਾਉਣਗੀਆਂ, ਕਿਉਂਕਿ ਉਹ ਡੈਵਲਪਿੰਗ ਹਜੇ ਸਟੇਜ ਦੇ ਵਿੱਚ ਨੇ। ਤਾਂ ਦੈਟਸ ਵਾਈ ਕੀ ਹੈ ਜੀ, ਆਪਣੇ ਪਾਸ ਰਾਮਸਰ ਜਿਹੜੀ ਕਨਵੈਨਸ਼ਨ ਹੈ ਲੀਗਲੀ ਬਾਈਂਡਿੰਗ ਟ੍ਰੀਟੀ ਨਹੀਂ ਹੈਗੀ, ਠੀਕ ਹੈ। ਇਹ ਵੀ ਧਿਆਨ ਰੱਖਿਓ। ਤਾਂ ਇਹਦਾ ਜਿਹੜਾ ਆਂਸਰ ਆ ਜਾਏਗਾ ਉਹ ਹੋ ਜਾਏਗਾ ਜੀ ਓਨਲੀ 1। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਆਪਾਂ। ਨੈਕਸਟ ਕੁਐਸਚਨ ਦੇ ਵਿੱਚ ਕੀ ਹੈ ਜੀ, ਮੌਂਟ੍ਰਿਕਸ ਰਿਕਾਰਡ ਬਾਰੇ ਗੱਲ ਕੀਤੀ ਹੋਈ ਹੈ, ਤਾਂ ਆਪਾਂ ਇਹਨੂੰ ਦੇਖਦੇ ਹਾਂ ਜੀ। ਕੀ ਹੈ ਜੀ ਇਹ? ਮੌਂਟ੍ਰਿਕਸ ਰਿਕਾਰਡ ਇਜ਼ ਅ ਰਜਿਸਟਰ ਆਫ ਵੈਟਲੈਂਡ ਸਾਈਟਸ ਔਨ ਦ ਲਿਸਟ ਆਫ ਵੈਟਲੈਂਡਸ ਆਫ ਇੰਟਰਨੈਸ਼ਨਲ ਇੰਪੋਰਟੈਂਸ ਮੇਨਟੇਨ ਐਜ਼ ਅ ਪਾਰਟ ਆਫ ਰਾਮਸਰ ਲਿਸਟ। ਸੈਕਿੰਡ ਸਟੇਟਮੈਂਟ ਕੀ ਕਹਿ ਰਹੀ ਹੈ? ਵੈਟਲੈਂਡ ਆਫ ਇੰਡੀਆ ਇਨ ਮੌਂਟ੍ਰਿਕਸ ਰਿਕਾਰਡ ਆਰ ਕਿਊਲਾਡੋ ਨੈਸ਼ਨਲ ਪਾਰਕ, ਰਾਜਸਥਾਨ, ਲੋਕਟਕ ਲੇਕ ਮਨੀਪੁਰ ਔਰ ਚਿਲਕਾ ਲੇਕ। ਤਾਂ ਦੇਖੋ ਜੀ, ਪਹਿਲਾਂ ਤਾਂ ਆਪਾਂ ਨੂੰ ਮੌਂਟ੍ਰਿਕਸ ਰਿਕਾਰਡ ਬਾਰੇ ਪਤਾ ਹੋਣਾ ਚਾਹੀਦਾ ਹੈ ਕੀ ਹੈ। ਆਪਾਂ ਨੇ ਹੁਣੀ ਰਾਮਸਰ ਜੋ ਕਨਵੈਨਸ਼ਨ ਪੜ੍ਹੀ ਸੀਗੀ ਕਿ ਜਿਹਦੇ ਵਿੱਚ ਗੱਲ ਹੋਈ ਸੀਗੀ ਵੈਟਲੈਂਡ ਨੂੰ ਕੰਜ਼ਰਵ ਕਰਨ ਦੀ, ਤਾਂ ਉਹਦੇ ਅੰਦਰ ਹੀ ਇੱਕ ਮੌਂਟ੍ਰਿਕਸ ਨਾਮ ਦਾ ਰਜਿਸਟਰ ਰੱਖਿਆ ਹੋਇਆ ਜੀ। ਇਸ ਰਜਿਸਟਰ ਦੇ ਵਿੱਚ ਉਹਨਾਂ ਵੈਟਲੈਂਡਸ ਨੂੰ ਪਾਇਆ ਗਿਆ, ਉਹਨਾਂ ਵੈਟਲੈਂਡਸ ਨੂੰ ਰੱਖਿਆ ਗਿਆ ਹੈ ਜਿਹੜੀਆਂ ਕਿ ਬਹੁਤ ਜ਼ਿਆਦਾ, ਜਿਨ੍ਹਾਂ ਦੀ ਜਿਹੜੀ ਹਾਲਤ ਹੈ ਜਿਹੜੀ ਖਰਾਬ ਹੋ ਚੁੱਕੀ ਹੈ, ਜਿਹੜੀਆਂ ਕਿ ਮਤਲਬ ਇੱਕ ਖਤਰੇ ਦੀ ਕਾਗਾਰ ਤੇ ਨੇ ਕਿ ਅਗਰ ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾਏਗੀ ਤਾਂ ਉਹ ਕੀ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਤਾਂ ਮੌਂਟ੍ਰਿਕਸ ਰਜਿਸਟਰ ਇੱਕ ਇੱਦਾਂ ਦਾ ਰਜਿਸਟਰ ਹੈ ਜਿਹੜੀਆਂ ਕਿ ਬਹੁਤ ਜ਼ਿਆਦਾ, ਜਿਨ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਕ੍ਰਿਟੀਕਲ ਹੈ, ਉਹਨਾਂ ਵੈਟਲੈਂਡਸ ਨੂੰ ਉਸ ਰਜਿਸਟਰ ਦੇ ਵਿੱਚ ਰੱਖਿਆ ਗਿਆ ਹੈ। ਆਲ ਓਵਰ ਕੰਟਰੀ ਦੀਆਂ ਕਾਫੀ ਸਾਰੀਆਂ ਇੱਦਾਂ ਦੀਆਂ ਵੈਟਲੈਂਡਸ ਨੇ ਜਿਹੜੀਆਂ ਇਹਦੇ ਵਿੱਚ ਰੱਖੀਆਂ ਗਈਆਂ ਨੇ। ਤਾਂ ਇੰਡੀਆ ਦੀਆਂ ਕਿੰਨੀਆਂ ਵੈਟਲੈਂਡਸ ਨੇ ਜਾਂ ਸਾਈਟਸ ਨੇ ਜਿਹੜੀਆਂ ਕਿ ਮੌਂਟ੍ਰਿਕਸ ਰਿਕਾਰਡ ਦੇ ਵਿੱਚ ਰੱਖੀਆਂ ਗਈਆਂ ਨੇ? ਤਾਂ ਦੇਖੋ ਜੀ, ਕਿਊਲਾਡੋ ਨੈਸ਼ਨਲ ਪਾਰਕ ਬਿਲਕੁਲ ਸਹੀ ਹੈ ਜੀ। ਕਿਊਲਾਡੋ ਨੈਸ਼ਨਲ ਪਾਰਕ ਹੈ ਜਿਹੜਾ ਮੌਂਟ੍ਰਿਕਸ ਰਜਿਸਟਰ ਦੇ ਵਿੱਚ ਹੈ, ਰਾਜਸਥਾਨ ਦਾ। ਲੋਕਟਕ ਲੇਕ ਮਨੀਪੁਰ ਵੀ ਕੀ ਹੈ ਜੀ, ਆਪਣੇ ਪਾਸ ਮੌਂਟ੍ਰਿਕਸ ਰਜਿਸਟਰ ਦੇ ਵਿੱਚ ਹੈ। ਪਰ ਜੋ ਚਿਲਕਾ ਲੇਕ ਹੈ ਜੀ, ਉਹ ਐਟ ਪ੍ਰੈਜ਼ੈਂਟ ਮੌਂਟ੍ਰਿਕਸ ਰਿਕਾਰਡ ਦੇ ਵਿੱਚ ਨਹੀਂ ਹੈਗੀ, ਠੀਕ ਹੈ ਜੀ। ਕਿਉਂਕਿ ਚਿਲਕਾ ਲੇਕ ਨੂੰ ਪਹਿਲਾਂ ਤਾਂ ਰੱਖਿਆ ਗਿਆ ਸੀਗਾ ਜੀ ਮੌਂਟ੍ਰਿਕਸ ਰਿਕਾਰਡ ਦੇ ਵਿੱਚ, ਪਰ ਉਸ ਤੋਂ ਬਾਅਦ ਇਹਨੂੰ ਰਿਮੂਵ ਕਰ ਦਿੱਤਾ ਗਿਆ ਸੀ। ਐਟ ਪ੍ਰੈਜ਼ੈਂਟ ਚਿਲਕਾ ਲੇਕ ਹੈ ਜਿਹੜੀ ਰਾਮਸਰ ਸਾਈਟ ਤਾਂ ਹੈਗੀ ਹੈ, ਬਟ ਪਰ ਮੌਂਟ੍ਰਿਕਸ ਰਜਿਸਟਰ ਦੇ ਵਿੱਚ ਇਹ ਲਾਈ ਨਹੀਂ ਕਰਦੀ। ਤਾਂ ਜੋ ਇਹਦਾ ਫਸਟ ਸਟੇਟਮੈਂਟ ਤਾਂ ਜੀ ਬਿਲਕੁਲ ਸਹੀ ਹੋ ਜਾਏਗਾ ਕਿ ਇੱਕ ਰਜਿਸਟਰ ਹੈ ਵੈਟਲੈਂਡਸ ਨੂੰ, ਮਤਲਬ ਵੈਟਲੈਂਡਸ ਨੂੰ ਇਹਦੇ ਵਿੱਚ ਰੱਖਿਆ ਜਾਂਦਾ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਟਰਨੈਸ਼ਨਲ ਇੰਪੋਰਟੈਂਸ ਦੀਆਂ ਨੇ, ਠੀਕ ਹੈ ਜੀ, ਖਤਮ ਹੋਣ ਦੀ ਕਗਾਰ ਤੇ ਨੇ। ਤਾਂ ਫਸਟ ਸਟੇਟਮੈਂਟ ਬਿਲਕੁਲ ਸਹੀ ਹੈ। ਤਾਂ ਸੈਕਿੰਡ ਸਟੇਟਮੈਂਟ ਆਪਣੇ ਪਾਸ ਗਲਤ ਹੋ ਜਾਏਗੀ। ਤਾਂ ਇਹਦਾ ਜਿਹੜਾ ਆਂਸਰ ਹੋ ਜਾਏਗਾ ਆਪਣੇ ਪਾਸ ਓਨਲੀ 1 ਆਂਸਰ ਹੋ ਜਾਏਗਾ, ਠੀਕ ਹੈ ਜੀ। ਚਲੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹਾਂਜੀ, ਜੋ ਨੈਕਸਟ ਕੁਐਸਚਨ ਹੈ ਆਪਣਾ, ਉਹਦੇ ਵਿੱਚ ਪੁੱਛਿਆ ਗਿਆ ਹੈ ਜੀ ਕਰੈਕਟਲੀ ਮੈਚਿੰਗ, ਠੀਕ ਹੈ ਜੀ। ਕਰੈਕਟਲੀ ਮੈਚ ਕਰਨਾ ਹੈ ਆਪਾਂ ਨੇ। ਤਾਂ ਇਹਦੇ ਵਿੱਚ ਕੀ ਹੈ ਜੀ, ਅਲੱਗ-ਅਲੱਗ ਟਾਈਪ ਦੀਆਂ ਤੁਹਾਨੂੰ ਲੇਕਸ ਦਿੱਤੀਆਂ ਹੋਈਆਂ ਨੇ ਔਰ ਦੂਸਰੀ ਸਾਈਡ ਤੁਹਾਨੂੰ ਸਟੇਟਸ ਦਿੱਤੀਆਂ ਹੋਈਆਂ ਨੇ। ਤਾਂ ਆਪਾਂ ਨੇ ਮੈਚ ਕਰਨਾ ਕਿ ਕਿਹੜੀ ਜਿਹੜੀ ਲੇਕ ਹੈ ਕਿਹੜੀ ਸਟੇਟ ਦੇ ਵਿੱਚ ਪਾਈ ਜਾਂਦੀ ਹੈ। ਤਾਂ ਜਿਹੜੀ ਫਸਟ ਆਪਸ਼ਨ ਦਿੱਤੀ ਹੋਈ ਹੈ ਜੀ ਚੰਦਰਤਾਲ ਹਿਮਾਚਲ ਪ੍ਰਦੇਸ਼, ਠੀਕ ਹੈ ਜੀ, ਫਸਟ ਆਪਸ਼ਨ ਇਹ ਦਿੱਤੀ ਹੋਈ ਹੈ। ਦੂਸਰੀ ਦਿੱਤੀ ਹੋਈ ਹੈ ਜੀ ਕੋਲੇਰੂ ਲੇਕ ਆਂਧਰਾ ਪ੍ਰਦੇਸ਼। ਉਸ ਤੋਂ ਬਾਅਦ ਥਰਡ ਦਿੱਤੀ ਹੋਈ ਹੈ ਰੁद्र ਸਾगर ਤ੍ਰਿਪੁਰਾ, ਔਰ ਫੋਰਥ ਹੈ ਜੀ ਹਰੀਕੇ ਵੈਟਲੈਂਡ ਆਂਧਰਾ ਪ੍ਰਦੇਸ਼। ਦੇਖੋ, ਅਗਰ ਤੁਹਾਨੂੰ ਥੋੜਾ ਜਿਹਾ ਵੀ ਪਤਾ ਹੋਏਗਾ, ਤੁਸੀਂ ਥੋੜਾ ਬਹੁਤ ਪੰਜਾਬ ਜੀਕੇ ਵਗੈਰਾ ਬਾਰੇ ਪੜ੍ਹਿਆ ਹੋਏਗਾ, ਤਾਂ ਤੁਸੀਂ ਇਸ ਕੁਐਸਚਨ ਨੂੰ ਈਜ਼ੀਲੀ ਸੋਲਵ ਕਰ ਲਓਗੇ, ਕਿਉਂਕਿ ਇਹਦੀਆਂ ਜਿਹੜੀਆਂ ਆਪਸ਼ਨਸ ਨੇ ਸਿੱਧੀਆਂ ਸਿੱਧੀਆਂ ਦਿੱਤੀਆਂ ਹੋਈਆਂ ਨੇ। ਤਾਂ ਦੇਖੋ ਜੀ, ਹਰੀਕੇ ਵੈਟਲੈਂਡ ਤਾਂ ਆਪਾਂ ਨੂੰ ਸਿੱਧਾ ਹੀ ਪਤਾ ਹੈ ਜੀ, ਹਰੀਕੇ ਵੈਟਲੈਂਡ ਤਾਂ ਪੰਜਾਬ ਦੇ ਵਿੱਚ ਲਾਈ ਹੈ। ਤਾਂ ਫੋਰਥ ਆਪਸ਼ਨ ਤਾਂ ਗਲਤ ਹੀ ਹੈ। ਤਾਂ ਆਲ ਤਾਂ ਕਿਸੇ ਵੀ ਕੇਸ ਦੇ ਵਿੱਚ ਆਂਸਰ ਹੋ ਹੀ ਨਹੀਂ ਸਕਦਾ। ਤਾਂ ਇਹ ਵਾਲਾ ਆਂਸਰ ਵੀ ਨਹੀਂ ਹੋ ਸਕਦਾ, ਇਹ ਵਾਲਾ ਆਂਸਰ ਵੀ ਨਹੀਂ ਹੋ ਸਕਦਾ। ਤਾਂ ਆਂਸਰ ਕੀ ਹੋਏਗਾ ਜੀ? ਏ। ਤਾਂ ਐਦਾਂ ਵੀ ਕੁਐਸਚਨ ਕੀ ਹੋ ਜਾਂਦੇ ਨੇ ਜੀ, ਸੋਲਵ ਹੋ ਜਾਂਦੇ ਨੇ ਅਗਰ ਇੱਕ ਵੀ ਆਪਸ਼ਨ ਤੁਹਾਨੂੰ ਪਤਾ ਹੈ। ਤਾਂ ਦੇਖੋ ਜੀ 1 2 3 ਬਿਲਕੁਲ ਸਹੀ ਨੇ। ਜੋ ਚੰਦਰਤਾਲ ਲੇਕ ਹੈ ਜੋ ਹਿਮਾਚਲ ਦੇ ਵਿੱਚ ਪਾਈ ਜਾਂਦੀ ਹੈ, ਜੋ ਕੋਲੇਰੂ ਲੇਕ ਹੈ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਪਾਈ ਜਾਂਦੀ ਹੈ, ਔਰ ਜੋ ਰੁद्र ਸਾगर ਲੇਕ ਹੈ ਉਹ ਤ੍ਰਿਪੁਰਾ ਦੇ ਵਿੱਚ। ਤਾਂ ਐਦਾਂ ਇੰਪੋਰਟੈਂਟ ਲੇਕਸ ਔਰ ਇੰਪੋਰਟੈਂਟ ਵੈਟਲੈਂਡਸ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਪਾਈ ਜਾਂਦੀ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਵੀ ਤੁਸੀਂ ਪੜ੍ਹਨਾ ਹੈ ਅਗਰ ਤੁਸੀਂ ਪੀਪੀਐਸਸੀ ਦੇ ਰਹੇ ਹੋ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ।
ਇਹ ਗੱਲ ਹੋ ਰਹੀ ਹੈ ਜੀ, ਇਹਦੇ ਵਿੱਚ ਵੀ ਦੋ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ ਆਪਾਂ ਨੂੰ। ਫਸਟ ਸਟੇਟਮੈਂਟ ਕੀ ਕਹਿ ਰਹੀ ਹੈ, ਲੋਕਟਕ ਲੇਕ ਇਜ਼ ਦ ਲਾਰਜੈਸਟ ਫਰੈਸ਼ ਵਾਟਰ ਲੇਕ ਇਨ ਦ ਨਾਰਥ ਈਸਟ ਰੀਜਨ। ਠੀਕ ਹੈ ਜੀ, ਫਸਟ ਤਾਂ ਇਹ ਕਹਿ ਰਹੀ ਹੈ। ਦੂਸਰੀ ਕੀ ਕਹਿ ਰਹੀ ਹੈ, ਕੈਬੁਲ ਲੈਮਜੋ ਇਜ਼ ਦ ਓਨਲੀ ਫਲੋਟਿੰਗ ਨੈਸ਼ਨਲ ਪਾਰਕ ਇਨ ਦ ਵਰਲਡ ਫਲੋਟਸ ਓਵਰ ਇਟ। ਤਾਂ ਦੇਖੋ ਜੀ, ਜਿਹੜੀ ਲੋਕਟਕ ਲੇਕ ਹੈ, ਫਸਟ ਆਫ ਆਲ ਕਿੱਥੇ ਪਾਈ ਜਾਂਦੀ ਹੈ ਜੀ, ਪਤਾ ਹੋਣਾ ਚਾਹੀਦਾ, ਮਨੀਪੁਰ ਦੇ ਵਿੱਚ ਪਾਈ ਜਾਂਦੀ ਹੈ। ਠੀਕ ਹੈ ਜੀ, ਤੇ ਇਹ ਚੀਜ਼ ਦਾ ਧਿਆਨ ਰੱਖਿਓ, ਜੋ ਲੋਕਟਕ ਲੇਕ ਹੈ ਮਨੀਪੁਰ ਦੇ ਵਿੱਚ ਪਾਈ ਜਾਂਦੀ ਹੈ। ਔਰ ਇਹ ਲਾਰਜੈਸਟ ਫਰੈਸ਼ ਵਾਟਰ ਲੇਕ ਹੈ ਜੀ ਨਾਰਥ ਈਸਟ ਵਾਲੀ ਸਾਈਡ ਦੀ। ਹਾਂਜੀ ਬਿਲਕੁਲ ਸਹੀ ਹੈ, ਫਸਟ ਸਟੇਟਮੈਂਟ ਬਿਲਕੁਲ ਸਹੀ ਹੈ। ਜਿਹੜੀ ਲੋਕਟਕ ਲੇਕ ਹੈ ਉਹ ਇੱਕ ਫਰੈਸ਼ ਵਾਟਰ ਦੀ ਲੇਕ ਹੈ, ਜਿਹੜੀ ਕਿ ਕਿੱਥੇ ਪਾਈ ਜਾਂਦੀ ਹੈ ਜੀ, ਮਨੀਪੁਰ ਪਾਈ ਜਾਂਦੀ ਹੈ। ਔਰ ਮਨੀਪੁਰ ਕਿੱਥੇ ਹੈ ਜੀ, ਆਪਣੇ ਨਾਰਥ ਈਸਟਰਨ ਵਾਲੀ ਸਾਈਡ ਤੇ ਹੈ। ਤਾਂ ਫਸਟ ਸਟੇਟਮੈਂਟ ਬਿਲਕੁਲ ਸਹੀ ਹੈ। ਸੈਕਿੰਡ ਸਟੇਟਮੈਂਟ ਕੀ ਕਹਿ ਰਿਹਾ ਜੀ, ਕੈਬੁਲ ਲੈਮਜੋ। ਕੈਬੁਲ ਲੈਮਜੋ ਕੀ ਹੈ ਜੀ, ਇੱਕ ਨੈਸ਼ਨਲ ਪਾਰਕ ਹੈ। ਉਹ ਕੀ ਕਹਿ ਰਹੇ ਨੇ, ਇਹਦੇ ਉੱਪਰ ਫਲੋਟ ਕਰ ਰਿਹਾ ਹੈ। ਤਾਂ ਬਿਲਕੁਲ ਸਹੀ ਹੈ ਜੀ, ਕੈਬੁਲ ਲੈਮਜੋ ਵਰਲਡ ਦੇ ਵਿੱਚ ਇੱਕ ਓਨਲੀ ਇੱਕ ਇਕੱਲਾ ਹੀ ਇੱਦਾਂ ਦਾ ਨੈਸ਼ਨਲ ਪਾਰਕ ਹੈ, ਜਿਹੜਾ ਕਿ ਇੱਕ ਲੇਕ ਦੇ ਉੱਪਰ ਬਣਿਆ ਹੋਇਆ ਹੈ, ਇੱਕ ਲੇਕ ਦੇ ਉੱਪਰ ਫਲੋਟ ਕਰ ਰਿਹਾ ਹੈ, ਇੱਕ ਲੇਕ ਦੇ ਵਿੱਚ ਬਣਿਆ ਹੋਇਆ ਹੈ। ਠੀਕ ਹੈ, ਤਾਂ ਕਿਹੜੀ ਲੇਕ ਦੇ ਉੱਪਰ ਬਣਿਆ ਹੋਇਆ ਜੀ, ਉਹ ਲੋਕਟਕ ਲੇਕ ਮਨੀਪੁਰ ਦੇ ਉੱਪਰ ਬਣਿਆ ਹੋਇਆ। ਤਾਂ ਸੈਕਿੰਡ ਸਟੇਟਮੈਂਟ ਵੀ ਕੀ ਹੈ ਜੀ, ਬਿਲਕੁਲ ਸਹੀ ਹੈ। ਤਾਂ ਇਹਦਾ ਆਂਸਰ ਆਪਣੇ ਪਾਸ ਕੀ ਹੋ ਜਾਏਗਾ ਜੀ, ਸੀ ਆ ਜਾਏਗਾ। ਠੀਕ ਹੈ ਜੀ, ਚਲੋ ਹੁਣ ਆਪਾਂ ਨੈਕਸਟ ਉੱਤੇ ਚੱਲਦੇ ਹਾਂ ਜੀ, ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਜੀ, ਰੈਡ ਡਾਟਾ ਬੁੱਕ ਬਾਰੇ ਹੀ ਦਿੱਤਾ ਹੋਇਆ ਜੀ। ਆਪਾਂ ਵਨ ਬਾਈ ਵਨ ਡਿਸਕਸ ਕਰਦੇ ਹਾਂ ਜੀ ਇਹਦੀਆਂ ਸਟੇਟਮੈਂਟਸ ਨੂੰ। ਦ ਰੈਡ ਡਾਟਾ ਬੁੱਕ ਪਬਲਿਸ਼ਡ ਬਾਈ ਦ IUCN, ਜੋ IUCN ਰੈਡ ਡਾਟਾ ਬੁੱਕ ਪਬਲਿਸ਼ ਕਰਦੀ, ਆਪਾਂ ਰੈਡ ਡਾਟਾ ਬੁੱਕ ਨੂੰ ਕਾਫੀ ਉੱਪਰ ਡਿਸਕਸ ਕਰ ਹੀ ਲਿਆ ਜੀ ਕੁਐਸਚਨ ਦੇ ਵਿੱਚ। ਐਂਡ ਨੈਚੁਰਲ ਰਿਸੋਰਸ ਕੰਟੇਨ ਦਾ ਲਿਸਟ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਲਿਸਟ ਹੁੰਦੀਆਂ ਨੇ। ਤਾਂ ਫਸਟ ਹੈਗੀ ਹੈ ਜੀ, ਐਂਡੇਮਿਕ ਪਲਾਂਟ ਐਂਡ ਐਨੀਮਲ ਸਪੀਸੀਜ਼ ਪ੍ਰੈਜ਼ੈਂਟ ਇਨ ਬਾਇਓਡਾਇਵਰਸਿਟੀ ਹੌਟਸਪੌਟ। ਠੀਕ ਹੈ ਜੀ, ਫਸਟ ਤਾਂ ਇਹ ਹੈ ਜੀ। ਦੂਸਰੀ ਥ੍ਰੀਏਟਨ ਪਲਾਂਟ ਐਂਡ ਐਨੀਮਲ ਸਪੀਸੀਜ਼। ਠੀਕ ਹੈ ਜੀ, ਜਿਹੜੀ ਥ੍ਰੀਏਟਨਡ ਨੇ ਪਲਾਂਟਸ ਔਰ ਐਨੀਮਲ ਸਪੀਸੀਜ਼, ਉਹਨਾਂ ਦੀ ਲਿਸਟ ਹੈ ਜੀ। ਇਹ ਬਿਲਕੁਲ ਸਹੀ, ਆਪਾਂ ਨੇ ਪੜ੍ਹ ਹੀ ਲਿਆ ਜੀ, ਤਾਂ ਸਟੇਟਮੈਂਟ ਬਿਲਕੁਲ ਸਹੀ ਹੈ ਜੀ। ਪ੍ਰੋਟੈਕਟ ਸਾਈਟਸ ਫॉर ਕੰਜ਼ਰਵੇਸ਼ਨ ਆਫ ਨੇਚਰ ਐਂਡ ਨੈਚੁਰਲ ਰਿਸੋਰਸ ਇਨ ਵੇਰੀਅਸ ਕੰਟਰੀਜ਼। ਤਾਂ ਹੁਣ ਦੇਖੋ ਜੀ, ਥਰਡ ਸਟੇਟਮੈਂਟ ਕਿਹਦੀ ਗੱਲ ਕਰ ਰਿਹਾ ਜੀ, ਪ੍ਰੋਟੈਕਟ ਕਰਨਾ ਹੈ ਜੀ, ਸਾਈਟਸ ਦੀ ਗੱਲ ਕਰ ਰਿਹਾ। ਤਾਂ ਜਿੱਦਾਂ ਆਪਾਂ ਨੇ ਦੇਖਿਆ ਸੀਗਾ ਕਿ ਜੋ ਰੈੱਡ ਡਾਟਾ ਲਿਸਟ ਹੈ, ਉਹਦੇ ਵਿੱਚ ਸਿਰਫ ਸਪੀਸੀਜ਼ ਨੂੰ ਕੰਜ਼ਰਵ ਕਰਨ ਦੀ ਜਾਂ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਹੋਈ ਹੈ, ਕਿਸੇ ਪਰਟੀਕੂਲਰ ਸਾਈਟ ਨੂੰ ਪ੍ਰੋਟੈਕਟ ਕਰਨ ਦੀ ਗੱਲ ਨਹੀਂ ਕੀਤੀ ਹੋਈ। ਤਾਂ ਥਰਡ ਸਟੇਟਮੈਂਟ ਤਾਂ ਆਪਣੇ ਪਾਸ ਕੀ ਹੋਗੀ ਜੀ, ਗਲਤ ਹੋਗੀ। ਤਾਂ ਦੇਖੋ ਜੀ, ਥਰਡ ਇਹ ਵੀ ਨਹੀਂ ਆਂਸਰ ਹੋ ਸਕਦਾ, ਇਹ ਵੀ ਨਹੀਂ ਆਂਸਰ ਹੋ ਸਕਦਾ, ਇਹ ਵੀ ਨਹੀਂ ਆਂਸਰ ਹੋ ਸਕਦਾ। ਤਾਂ ਆਂਸਰ ਕੀ ਆ ਜਾਏਗਾ ਜੀ ਆਪਣੇ ਪਾਸ, ਓਨਲੀ 2। ਠੀਕ ਹੈ ਜੀ, ਤਾਂ ਦੇਖੋ ਫਸਟ ਸਟੇਟਮੈਂਟ ਕਿਉਂ ਗਲਤ ਹੈ ਜੀ, ਇਹਦੇ ਵਿੱਚ ਕੀ ਲਿਖਿਆ ਹੈ, ਜਿਹੜੇ ਪਲਾਂਟ ਐਂਡ ਐਨੀਮਲਸ ਨੇ, ਉਹ ਜਿਹੜੇ ਬਾਇਓਡਾਇਵਰਸਿਟੀ ਹੌਟਸਪੌਟ ਦੇ ਉੱਪਰ ਪ੍ਰੈਜ਼ੈਂਟ ਹੈ, ਉਹਨਾਂ ਨੂੰ ਹੀ ਕੀ ਕਰਨਾ ਜੀ, ਪ੍ਰੀਜ਼ਰਵ ਕਰਨ ਦੀ ਗੱਲ ਹੋਈ ਹੈ। ਤਾਂ ਨਹੀਂ, ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹਦੇ ਵਿੱਚ ਆਪਾਂ ਆਲ ਓਵਰ ਨੇਚਰ ਦੇ ਵਿੱਚ ਦੇਖਦੇ ਹਾਂ ਕਿ ਜਿਹੜੀਆਂ ਸਪੀਸੀਜ਼ ਨੇ ਖਤਮ ਹੋਣ ਦੀ ਕਗਾਰ ਤੇ ਨੇ, ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਅਲੱਗ-ਅਲੱਗ ਕੈਟਾਗਰੀ ਵਾਈਜ਼ ਉਹਨਾਂ ਨੇ ਲਿਸਟ ਕੀਤਾ ਹੋਇਆ ਜੀ, ਕਿੱਥੇ ਕਿੱਥੇ ਹਰ ਇੱਕ ਦਾ ਜਿਹੜਾ ਸਟੇਟਸ ਹੈ, IUCN ਸਟੇਟਸ ਹੈ, ਹਰ ਇੱਕ ਸਪੀਸੀਜ਼ ਦਾ ਕੀ ਹੈ ਜੀ, ਅਲੱਗ ਹੈ। ਤਾਂ ਜਿਹੜਾ ਇਹਦਾ ਆਂਸਰ ਹੋਏਗਾ ਜੀ, ਉਹ ਆਪਣੇ ਪਾਸ ਹੋਏਗਾ B, ਓਨਲੀ 2। ਚਲੋ ਹੁਣ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਆਪਾਂ। ਨੈਕਸਟ ਕੁਐਸਚਨ ਫੇਰ ਜੀ ਰਾਮਸਰ ਔਨ ਵੈਟਲੈਂਡਸ ਦੇ ਉੱਪਰ ਆ ਗਿਆ ਜੀ। ਕਾਫੀ ਇੰਪੋਰਟੈਂਟ ਟੌਪਿਕ ਹੈ, ਇਹਨੂੰ ਤੁਸੀਂ ਜ਼ਰੂਰ ਚੰਗੀ ਤਰੀਕੇ ਦੇ ਨਾਲ ਪੜ੍ਹਨਾ ਹੈ। ਸਾਰੀਆਂ ਰਾਮਸਰ ਸਾਈਟਸ ਨੇ, ਕੀ ਇਹਨਾਂ ਦੀ ਕਦੋਂ ਤੋਂ ਸ਼ੁਰੂ ਹੋਇਆ ਸੀਗਾ, ਕੀ ਇਹਨਾਂ ਦੇ ਪ੍ਰੋਵੀਜ਼ਨਸ ਨੇ, ਸਭ ਕੁਝ ਇਹਨੂੰ, ਇਸ ਟੌਪਿਕ ਨੂੰ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਪੜ੍ਹਨਾ ਹੈ। ਚਲੋ ਜੀ, ਹੁਣ ਆਪਾਂ ਸਟਾਰਟ ਕਰਦੇ ਹਾਂ। ਫਸਟ ਸਟੇਟਮੈਂਟ ਕੀ ਕਹਿ ਰਹੀ ਹੈ ਜੀ, ਇਟ ਇਜ਼ ਐਨ ਇੰਟਰਗਵਰਨਮੈਂਟਲ ਟ੍ਰੀਟੀ that provides a framework for the national action and international cooperation for conservation and wise use of wetlands and their resource। देखो जी, फर्स्ट स्टेटमेंट ਤਾਂ ਸਿੰਪਲ ਜੀ ਗੱਲ ਹੈ, ਬਿਲਕੁਲ ਸਹੀ ਹੈ। ਇੱਕ ਇੰਟਰਗਵਰਨਮੈਂਟਲ ਟ੍ਰੀਟੀ ਹੈ, ਬਿਲਕੁਲ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਨੇ ਇਹਨੂੰ ਸਾਈਨ ਕੀਤਾ ਹੋਇਆ, ਇੰਟਰਨੈਸ਼ਨਲ ਲੈਵਲ ਦੇ ਉੱਪਰ ਹੈ। ਗੱਲ ਕੀਤੀ ਹੋਈ ਹੈ ਇਹਦੇ ਵਿੱਚ ਕੰਜ਼ਰਵ ਕਰਨ ਦੀ, ਵਾਈਸ ਯੂਜ਼ ਆਫ ਵੈਟਲੈਂਡਸ ਦੀ। ਤਾਂ ਫਸਟ ਸਟੇਟਮੈਂਟ ਜੀ ਆਪਣੇ ਪਾਸ ਬਿਲਕੁਲ ਸਹੀ ਹੈ। ਸੈਕਿੰਡ ਸਟੇਟਮੈਂਟ ਕੀ ਕਹਿ ਰਹੀ ਹੈ, ਇਟ ਇਜ਼ ਨਾਟ ਐਫੀਲੀਏਟਿਡ ਵਿਦ ਯੂਨਾਈਟਿਡ ਨੇਸ਼ਨ ਸਿਸਟਮ ਆਫ ਮਲਟੀਲੇਟਰਲ ਇਨਵਾਇਰਮੈਂਟਲ ਐਗਰੀਮੈਂਟਸ। ਤਾਂ ਦੇਖੋ ਜੀ, ਜਿਹੜੀ ਇਹ ਕਨਵੈਨਸ਼ਨ ਹੈ, ਉਹ UN ਦਾ ਪਾਰਟ ਨਹੀਂ ਹੈਗੀ। ਠੀਕ ਹੈ, ਇਹੀ ਸਟੇਟਮੈਂਟ, ਜੋ ਸੈਕਿੰਡ ਸਟੇਟਮੈਂਟ ਉਹ ਇਹੀ ਸਟੇਟਮੈਂਟ ਹੈ, ਉਹ ਇਹੀ ਗੱਲ ਕਰ ਰਹੀ ਹੈ ਕਿ ਜਿਹੜੀ ਇਹ ਐਗਰੀਮੈਂਟ ਹੈ, ਉਹ ਯੂਨਾਈਟਿਡ ਨੇਸ਼ਨ ਦੇ ਨਾਲ ਐਫੀਲੀਏਟਿਡ ਨਹੀਂ ਹੈਗਾ। ਤਾਂ ਦੇਖੋ ਜੀ, ਰਾਮਸਰ ਕਨਵੈਨਸ਼ਨ ਹੈ ਜਿਹੜਾ UN ਆਰਗਨ ਦੇ ਅੰਡਰ ਕੰਮ ਨਹੀਂ ਕਰਦਾ ਹੈਗਾ। ਇਹ ਇੱਕ ਜਿਹੜੀ ਕਨਵੈਨਸ਼ਨ ਹੈ, ਬਿਲਕੁਲ ਅਲੱਗ ਹੈ। ਠੀਕ ਹੈ, ਤਾਂ ਜਿਹੜੀ ਸੈਕਿੰਡ ਸਟੇਟਮੈਂਟ ਹੈ, ਉਹ ਵੀ ਕੀ ਹੈ ਜੀ, ਬਿਲਕੁਲ ਸਹੀ ਹੈ। ਤਾਂ ਇਹਦਾ ਆਂਸਰ ਕੀ ਆ ਜਾਏਗਾ ਜੀ ਆਪਣੇ ਪਾਸ, C, both 1 and 2। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਜੀ ਫਿਰ ਸਾਈਟਸ ਦੇ ਉੱਪਰ ਆ ਗਿਆ। ਠੀਕ ਹੈ ਜੀ, ਸਾਈਟਸ ਵੀ ਆਪਾਂ ਨੇ ਇੱਕ ਡਿਸਕਸ ਕਰ ਲਿਆ ਉੱਪਰ। ਚਲੋ ਇਹਦੀਆਂ ਸਟੇਟਮੈਂਟਸ ਕੀ ਨੇ ਆਪਾਂ ਦੇਖਦੇ ਹਾਂ। ਸਾਈਟਸ ਦੀ ਫੁੱਲ ਫਾਰਮ ਦਿੱਤੀ ਹੋਈ ਹੈ ਜੀ, ਦਾ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਐਂਡੇਂਜਰਡ ਸਪੀਸੀਜ਼ ਆਫ ਵਾਈਲਡ ਫੌਨਾ ਐਂਡ ਫਲੋਰਾ। ਠੀਕ ਹੈ, ਇਹ ਤਾਂ ਜੀ ਫੁੱਲ ਫਾਰਮ ਹੈ। ਹੁਣ ਗੱਲ ਕਰਦੇ ਹਾਂ ਜੀ ਇਹਦੀਆਂ ਸਟੇਟਮੈਂਟ ਕੀ ਕਹਿ ਰਹੀਆਂ ਨੇ। ਇਟ ਇਜ਼ ਦਾ ਓਨਲੀ ਟ੍ਰੀਟੀ ਟੂ ਐਨਸ਼ੋਰ ਦਾ ਇੰਟਰਨੈਸ਼ਨਲ ਟ੍ਰੇਡ ਇਨ ਪਲਾਂਟਸ ਐਂਡ ਐਨੀਮਲ ਡਜ਼ ਨਾਟ ਥ੍ਰੀਏਟਨ देयर ਸਰਵਾਈਵਲ ਇਨ ਦਾ ਵਰਲਡ। ਹਾਂਜੀ ਬਿਲਕੁਲ ਸਹੀ ਹੈ। ਆਪਾਂ ਨੇ ਪੜ੍ਹਿਆ ਸੀਗਾ ਕਿ ਸਾਈਟਸ ਕੀ
करता जी इंटरनैशनल लैवल ते जिहड़ा ट्रेड हुंदा है उन्नू देखदा है जी कि ਜਿਹੜੀਆਂ ਐਂਡੇਂਜਰਡ ਸਪੀਸੀਜ਼ ਨੇ ਜੋ ਪਲਾਂਟਸ ਔਰ ਐਨੀਮਲਸ ਨੇ ਉਹਨਾਂ ਦਾ ਕੋਈ ਜਿਹੜਾ ਸਰਵਾਈਵਲ ਹੈ ਉਹ ਖਤਰੇ ਦੇ ਵਿੱਚ ਤਾਂ ਨਹੀਂ ਆ ਰਿਹਾ ਤਾਂ ਫਸਟ ਸਟੇਟਮੈਂਟ ਕੀ ਹੈ ਜੀ ਬਿਲਕੁਲ ਸਹੀ ਹੈ ਜੀ ਸਹੀ ਕਹਿ ਰਿਹਾ ਸੈਕਿੰਡ ਇਟ ਇਜ਼ ਐਡਮਿਨਿਸਟ੍ਰੇਟਡ ਥਰੂ ਦਾ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਨੇਚਰ ਤਾਂ ਦੇਖੋ ਜੀ ਸੈਕਿੰਡ ਸਟੇਟਮੈਂਟ ਕੀ ਕਹਿ ਰਿਹਾ ਜੀ ਜੋ ਸਾਈਟਸ ਨੂੰ ਕੌਣ ਚਲਾਉਂਦਾ ਹੈ IUCN ਚਲਾਉਂਦਾ ਹੈ ਕੌਣ ਐਡਮਿਨਿਸਟ੍ਰੇਟ ਕਰਦਾ ਹੈ ਜੀ ਸਾਈਟਸ ਨੂੰ ਤਾਂ ਨਹੀਂ ਜੀ ਇਹ ਬਿਲਕੁਲ ਗਲਤ ਹੈ ਜੋ ਸਾਈਟ ਨੂੰ ਕੌਣ ਚਲਾਉਂਦਾ ਹੈ ਜੀ UNEP ਚਲਾਉਂਦਾ ਹੈ ਜੀ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ ਜੀ ਐਡਮਿਨਿਸਟ੍ਰੇਟਰ ਕੌਣ ਕਰਦਾ ਜੀ ਐਡਮਿਨਿਸਟ੍ਰੇਟਰ ਕੌਣ ਹੈ ਸਾਈਟਸ ਦਾ ਉਹ ਹੈਗਾ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ ਤਾਂ ਸੈਕਿੰਡ ਸਟੇਟਮੈਂਟ ਬਿਲਕੁਲ ਗਲਤ ਹੈ ਇਹਦਾ ਆਨਸਰ ਆਪਣੇ ਪਾਸ ਕੀ ਆ ਜਾਏਗਾ ਜੀ ਓਨਲੀ 1 ਹੁਣ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਤੇ ਆਨੇ ਆ ਜੀ ਆਪਾਂ ਹਾਂਜੀ ਤਾਂ ਨੈਕਸਟ ਦੇ ਵਿੱਚ ਕੀ ਹੈ ਜੀ ਦੇਖੋ ਬੌਨ ਕਨਵੈਨਸ਼ਨ ਇਜ਼ ਆਫਨ ਸੀਨ ਇਨ ਨਿਊਜ਼ ਇਜ਼ ਰਿਲੇਟਡ ਟੂ ਵਿਚ ਆਫ ਦਾ ਫੋਲੋਇੰਗ ਤਾਂ ਦੇਖੋ ਜੀ ਬੌਨ ਕਨਵੈਨਸ਼ਨ ਹੁਣ ਦੇਖੋ ਇਹਦਾ ਨਾਮ ਹੈ ਜਿਹੜਾ ਬੌਨ ਕਨਵੈਨਸ਼ਨ ਕਿਉਂ ਪਿਆ ਸੀ ਕਿਉਂਕਿ ਬੌਨ ਦੇ ਵਿੱਚ ਇਹ ਕਾਨਫਰੰਸ ਹੋਈ ਸੀਗੀ ਦੈਟਸ ਵਾਈ ਇਹਨੂੰ ਬੌਨ ਕਨਵੈਨਸ਼ਨ ਕਹਿ ਦਿੱਤਾ ਜਾਂਦਾ ਤਾਂ ਜਿਹੜੀ ਬੌਨ ਦੇ ਵਿੱਚ ਇਹ ਕਾਨਫਰੰਸ ਹੋਈ ਸੀ ਜਾਂ ਮੀਟਿੰਗ ਹੋਈ ਸੀਗੀ ਉਹ ਕਿਹਦੇ ਨਾਲ ਰਿਲੇਟਡ ਸੀਗੀ ਜੀ ਉਹ ਰਿਲੇਟਡ ਸੀਗੀ ਜੀ ਆਪਣੇ ਪਾਸ ਮਾਈਗ੍ਰੇਟਰੀ ਸਪੀਸੀਜ਼ ਦੇ ਨਾਲ ਤਾਂ ਇਹ ਵੀ ਚੀਜ਼ ਤੁਸੀਂ ਧਿਆਨ ਰੱਖਣੀ ਹੈ ਇਹ ਜਿਹੜੀਆਂ ਕਨਵੈਨਸ਼ਨ ਨੇ ਇੰਪੋਰਟੈਂਟ ਕਨਵੈਨਸ਼ਨ ਨੇ ਇਨਵਾਇਰਨਮੈਂਟ ਦੇ ਵਿੱਚ ਉਹ ਡਾਇਰੈਕਟਲੀ ਪੁੱਛ ਲੀਆਂ ਜਾਂਦੀਆਂ ਨੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਇਹ ਸੀਗੇ ਜੀ ਅੱਜ ਦੇ ਆਪਣੇ ਕੁਝ ਇੰਪੋਰਟੈਂਟ ਕੁਐਸਚਨਸ ਜਿਹੜੇ ਕਿ ਇਨਵਾਇਰਨਮੈਂਟ ਦੇ ਸੀਗੇ ਤੇ ਇਹਨਾਂ ਤੋਂ ਤੁਹਾਨੂੰ ਆਈਡੀਆ ਹੋ ਗਿਆ ਹੋਵੇਗਾ ਕਿ ਕੀ ਤੁਸੀਂ ਕੀ ਪੜ੍ਹਨਾ ਹੈ ਕੀ ਨਹੀਂ ਪੜ੍ਹਨਾ ਹੈ ਔਰ ਕਿੱਦਾਂ ਪੜ੍ਹਨਾ ਹੈ ਠੀਕ ਹੈ ਜੀ ਤਾਂ ਆਪਣਾ ਪੜ੍ਹਦੇ ਰਹੋ ਜੀ ਪ੍ਰੈਕਟਿਸ ਕਰਦੇ ਰਹੋ ਥੈਂਕ ਯੂ